ਤੁਸੀਂ ਵੇਖ ਰਹੇ ਹੋ ਜਸ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਦੁਪਹਿਰ ਅੱਜ ਖਿੜੀ ਹੈ ਜੀ, ਔਰ ਖਿੜੀ ਦੁਪਹਿਰ ਦੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਪੇਸ਼ਕਸ਼ ਜਸ ਪੰਜਾਬੀ ਵੱਲੋਂ ਅੱਜ ਲਿਆਈ ਜਾ ਰਹੀ ਹੈ। ਹਮੇਸ਼ਾ ਔਰ ਸਾਡੇ ਮਨ ਦੇ ਵਿੱਚ ਇੱਕ ਹੀ ਗੱਲ ਆ ਕੇ ਵਿਸਰਦੀ ਹੈ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਵੇ। ਔਰ ਜਦ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਤਾਂ ਸਾਡਾ ਮਨ ਵੀ ਖੁਸ਼ ਹੁੰਦਾ ਹੈ ਔਰ ਸਤਿਗੁਰ ਦੀ ਜਿਹੜੀ ਸੇਵਾ ਹੈ ਉਹ ਵੀ ਸਫਲ ਹੁੰਦੀ ਹੈ। ਸਿੱਖਾਂ ਦੇ ਹੁਕਮਰਾਨ ਸਿੱਖ ਜਿਹਦੇ ਅੱਗੇ ਆਪਣਾ ਸ਼ੀਸ਼ ਝੁਕਾਉਂਦੇ ਹਨ, ਸਿੱਖ ਜਿਹਨੂੰ ਨਿਮਰਤਾ ਸਹਿਜਤਾ ਦੇ ਨਾਲ ਮੰਨਦੇ ਹਨ, ਸਿੱਖ ਜਿਹਨੂੰ ਆਪਣਾ ਗੁਰੂ ਮੰਨਦੇ ਹਨ, ਸਿੱਖ ਜਿਹਨੂੰ ਆਪਣਾ ਇਤਿਹਾਸ ਮੰਨਦੇ ਹਨ, ਸਿੱਖ ਜਿਹਦੇ ਅੱਗੇ ਸਿਰਜਦਾ ਕਰਦੇ ਹਨ, ਸਿੱਖ ਜਿਹਨੂੰ ਕਹਿੰਦੇ ਹਨ ਤੂੰ ਹੀ ਤੂੰ। ਜੀ ਹਾਂ, ਸਿੱਖਾਂ ਦੇ ਲਾਈਵ ਗੁਰੂ ਗੁਰੂ ਗ੍ਰੰਥ ਸਾਹਿਬ ਜੀ। ਜਦ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਹਾਂ ਤਾਂ ਇਹ ਵੀ ਗੱਲ ਜ਼ਰੂਰ ਕਹੀ ਜਾਂਦੀ ਹੈ, ਆਗਿਆ ਪਹੀ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਜੀ ਦੀ ਸਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਨੇੜਤਾ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪਿਆਰ, ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸੀਂ ਜਿਹੜੀ ਗੱਲਾਂ ਸਿੱਖਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਰੋਜ਼ਾਨਾ ਹੁਕਮਨਾਮਾ ਦਿੰਦੇ ਹਨ, ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੱਸਦੇ ਹਨ ਅਸੀਂ ਕਿਸ ਦਿਸ਼ਾ ਦੇ ਵੱਲ ਤੁਰਨਾ। ਗੁਰੂ ਗ੍ਰੰਥ ਸਾਹਿਬ ਜੀ ਹੀ ਸਾਨੂੰ ਜ਼ਿੰਦਗੀ ਦੇ ਵਿੱਚ ਵਿਨਮਰਤਾ ਦੇ ਨਾਲ ਔਰ ਡਾਊਨ ਟੂ ਅਰਥ ਹੰਬਲਨੈਸ, ਜਿਹੜੀ ਅਸੀਂ ਕਰਜ ਦੀ ਗੱਲ ਕਰਦੇ ਹਾਂ, ਲਵ ਐਂਡ ਪੀਸ ਦੀ ਗੱਲ ਕਰਦੇ ਹਾਂ, ਉਹ ਸਿਖਾਉਂਦੇ ਹਨ। ਇਹ ਸਾਡਾ ਗੁਰੂ ਹੈ। ਇਸ ਗੁਰੂ ਦੇ ਅਸੀਂ ਸੁਨੇਹੇ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ ਔਰ ਇਸ ਗੁਰੂ ਨੂੰ ਹੀ ਮੰਨਣਾ ਹੈ ਔਰ ਇਸ ਗੁਰੂ ਨੂੰ ਪੁੱਛਣਾ ਹੈ ਕਿ ਆਪਾਂ ਜ਼ਿੰਦਗੀ ਦੇ ਵਿੱਚ ਬਿਹਤਰ ਪਲ ਕਿਵੇਂ ਬਣਾ ਸਕਦੇ ਹਾਂ। ਅੱਜ ਇਸ ਖਿੜੀ ਦੁਪਹਿਰ ਦੇ ਵਿੱਚ ਜਸ ਪੰਜਾਬੀ ਦੀ ਟੀਮ ਵੈਸਟ ਕੋਸਟ, ਜਿੱਥੇ ਇੱਕ ਪਾਸੇ ਈਸਟ ਕੋਸਟ ਦੇ ਵਿੱਚ ਪੰਜਾਬੀਆਂ ਦੀ ਧੜਕਨ, ਪੰਜਾਬੀਆਂ ਦੀ ਆਨ ਬਾਨ ਤੇ ਸ਼ਾਨ, ਨਿਊਯਾਰਕ ਵਿਖੇ ਰਿਚਮੰਡ ਹਿਲ ਤੋਂ ਅਸੀਂ ਤਸਵੀਰਾਂ ਦਿਖਾਉਂਦੇ ਹਾਂ, ਅਤੇ ਉੱਥੇ ਜਦ ਅਸੀਂ ਮਿਡ ਵੈਸਟ ਹੁੰਦੇ ਹੋਏ ਵੈਸਟ ਕੋਸਟ ਆ ਜਾਂਦੇ ਹਾਂ ਕੈਲੀਫੋਰਨੀਆ, ਤਾਂ ਇੱਥੇ ਸਿੱਖ ਟੈਂਪਲ ਆਫ ਯੂਬਾ ਸਿਟੀ, ਜੋ ਕਿ 1969 ਦੇ ਵਿੱਚ ਸਥਾਪਿਤ ਹੋਇਆ ਸੀਗਾ, ਔਰ ਯੂਬਾ ਸਿਟੀ ਦੀ ਸੰਗਤ ਨੇ ਇਹਨੂੰ ਮਿਲ ਕੇ ਇਸ ਸਥਾਨ ਨੂੰ ਇੱਥੇ ਬਣਾਇਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨੂੰ ਆਲ ਓਵਰ ਕੈਲੀਫੋਰਨੀਆ ਦੇ ਵਿੱਚ ਅੱਗੇ ਪਹੁੰਚਾਇਆ। ਯੂਬਾ ਸਿਟੀ ਪੰਜਾਬੀਆਂ ਦਾ ਸਿਆਸੀ ਗੜ੍ਹ ਵੀ ਹੈ ਕੈਲੀਫੋਰਨੀਆ ਦੇ ਵਿੱਚ, ਯੂਬਾ ਸਿਟੀ ਪੰਜਾਬੀਆਂ ਦਾ ਪੰਥਕ ਗੜ੍ਹ ਵੀ ਹੈ, ਯੂਬਾ ਸਿਟੀ ਪੰਜਾਬ ਅਤੇ ਸਿੱਖ ਨੂੰ ਰੀਪ੍ਰੈਜ਼ੈਂਟੇਸ਼ਨ ਵੀ ਦਿੰਦਾ ਹੈ, ਯੂਬਾ ਸਿਟੀ ਲਿਟਲ ਪੰਜਾਬ ਵੀ ਹੈ। ਹਰ ਸਾਲ ਯੂਬਾ ਸਿਟੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਇੱਥੇ ਪਰੇਡ ਕੱਢੀ ਜਾਂਦੀ ਹੈ। ਇਸ ਵਾਰ ਵੀ ਮਹਾਨ ਨਗਰ ਕੀਰਤਨ, 42ਵਾਂ ਨਗਰ ਕੀਰਤਨ ਯੂਬਾ ਸਿਟੀ ਵਿਖੇ ਬੜੇ ਹੀ ਹਰਸ਼ੋਲਾਸ ਦੇ ਨਾਲ, ਬੜੇ ਹੀ ਆਨੰਦ ਦੇ ਨਾਲ ਮਨਾਇਆ ਜਾਏਗਾ। ਹੁਮਾ ਕੇ ਸੰਗਤਾਂ ਜਿਹੜੀ ਹੈ ਉਹ ਈਸਟ ਕੋਸਟ ਤੋਂ, ਯਾਨੀ ਕਿ ਵਾਸ਼ਿੰਗਟਨ DC ਤੋਂ, ਵਰਜੀਨੀਆ ਤੋਂ, ਮੈਰੀਲੈਂਡ ਤੋਂ, ਬਾਲਟੀਮੋਰ ਤੋਂ, ਫਿਲਾਡੈਲਫੀਆ ਤੋਂ, ਨਿਊ ਜਰਸੀ ਤੋਂ, ਨਿਊਯਾਰਕ ਤੋਂ, ਪੈਂਸਲਵੇਨੀਆ ਤੋਂ ਪਹੁੰਚਣਗੀਆਂ। ਉੱਥੇ ਹੀ ਮਿਡ ਵੈਸਟ ਤੋਂ, ਓਹਾਇਓ ਤੋਂ, ਮਿਸ਼ੀਗਨ ਤੋਂ, ਵਿਸਕੌਨਸਨ ਤੋਂ, ਇੰਡੀਅਨਐਪਲਿਸ ਤੋਂ, ਇੰਡੀਆਨਾ ਤੋਂ, ਅਤੇ ਉਸ ਤੋਂ ਬਾਵਜੂਦ ਸਿਨਸਿਨੈਟੀ, ਓਹਾਇਓ, ਅੱਗੇ ਹੋਰ ਚਲੇ ਜਾਈਏ ਅਤੇ ਉਸ ਤੋਂ ਬਾਅਦ ਸ਼ਿਕਾਗੋ, ਰੀਨੋ, ਐਰੀਜ਼ੋਨਾ, ਨਾਰਥ ਕੈਰੋਲੀਨਾ, ਸਾਊਥ ਕੈਰੋਲੀਨਾ, ਉਸ ਤੋਂ ਬਾਅਦ ਅਸੀਂ ਆਪਣੇ ਕੈਲੀਫੋਰਨੀਆ ਈਸਟ ਕੋਸਟ ਆ ਜਾਈਏ, ਸੈਕਰਾਮੈਂਟੋ, ਯੂਬਾ ਸਿਟੀ, ਫਰੈਜ਼ਨੋ, ਬੇਕਰਸਫੀਲਡ, ਲਾਸ ਐਂਜਲਸ, ਲਾਸ ਵੇਗਸ, ਮਿਸਿਸਿਪੀ। ਤੁਸੀਂ ਨਾ ਲਓ, ਸੰਗਤਾਂ ਇੱਥੇ ਹੁਮਾ ਕੇ ਪਹੁੰਚਦੀਆਂ ਹਨ। ਔਰ ਉਸ ਤੋਂ ਬਾਅਦ ਸਾਡੇ ਗੁਆਂਢੀ ਮੁਲਕ ਟੋਰੰਟੋ ਤੋਂ, ਬਰੈਂਪਟਨ ਤੋਂ, ਓਨਟਾਰੀਓ ਤੋਂ, ਕੈਲਗਰੀ ਤੋਂ, ਐਲਬਰਟਾ ਤੋਂ, ਜਾਰਜੀਆ ਤੋਂ ਲਗਾਤਾਰ ਸੰਗਤਾਂ ਇੱਥੇ ਪਹੁੰਚਦੀਆਂ ਹਨ ਔਰ ਇਸ ਗੁਰੂ ਘਰ ਦੇ ਵਿੱਚ ਆ ਕੇ ਨਤਮਸਤਕ ਹੁੰਦੀਆਂ ਹਨ ਔਰ ਕਹਿੰਦੀਆਂ ਹਨ, ਸਤਿਗੁਰ ਕੀ ਸੇਵਾ ਸਫਲ ਹੈ ਜੋ ਜੇ ਕੋ ਕਰੇ ਚਿਤ ਲਾਵੇ। ਇੱਥੇ ਹੁਣ 42ਵਾਂ ਮਹਾਨ ਨਗਰ ਕੀਰਤਨ 7 ਨਵੰਬਰ ਨੂੰ ਕੱਢਿਆ ਜਾ ਰਿਹਾ। ਜਸ ਪੰਜਾਬੀ ਦੀ ਟੀਮ ਆਪਣੀ ਜ਼ਿੰਮੇਵਾਰੀ ਸਮਝਦੀ ਹੋਈ, ਜਸ ਪੰਜਾਬੀ ਦੀ ਟੀਮ ਆਪਣੇ ਉਸ ਪੂਰੇ ਰਿਸਪੌਂਸਿਬਿਲਿਟੀ ਨੂੰ ਸਮਝਦੇ ਹੋਈ ਹੁਮਾ ਕੇ ਇੱਥੇ ਪਹੁੰਚ ਚੁੱਕੀ ਹੈ। ਤੁਸੀਂ ਵੇਖ ਸਕਦੇ ਹੋ ਠੀਕ ਮੇਰੇ ਪਿੱਛੇ ਜਸ ਪੰਜਾਬੀ ਦੀ ਟੀਮ अपना पूरा थिएटर अपना पूरा स्टूडियो सैटअप कर रही है
ਤੇ ਨਾਲ ਹੀ ਪਲ ਪਲ ਦੀ ਜਾਣਕਾਰੀ ਲਾਈਵ ਬ੍ਰੌਡਕਾਸਟਿੰਗ ਤੁਹਾਨੂੰ ਅਸੀਂ ਖਿੜੀ ਦੁਪਹਿਰ ਅੱਜ ਦਾ ਮੁੱਦਾ ਜਲਵੇ ਜੱਗੀ ਦੇ ਇਸ ਪ੍ਰੋਗਰਾਮ ਦੇ ਤਹਿਤ ਤੁਹਾਨੂੰ ਵਿਖਾਵਾਂਗੇ ਤੇ ਨਾਲ ਹੀ ਸੱਤੋਂ ਦਿਨ ਤੁਹਾਨੂੰ ਦੱਸਾਂਗੇ ਜਿਹੜੀਆਂ ਸੰਗਤਾਂ ਇੱਥੇ ਹੁਮਾ ਕੇ ਪੁੰਜ ਰਹੀਆਂ ਹਨ ਉਹ ਕਿੱਥੋਂ ਆ ਰਹੀਆਂ ਹਨ ਔਰ ਯੂਬਾ ਸਿਟੀ ਆ ਕੇ ਉਹ ਕਿਵੇਂ ਆਨੰਦ ਮਾਣ ਰਹੀਆਂ ਹਨ। ਯੂਬਾ ਸਿਟੀ ਹੀ ਉਹ ਸਿਟੀ ਹੈ ਜਿੱਥੇ ਅੱਜ ਸਭ ਤੋਂ ਜ਼ਿਆਦਾ ਅਗਰ ਅਸੀਂ ਪੰਜਾਬ ਤੋਂ ਕਿਸਾਨੀ ਦੀ ਗੱਲ ਕਰੀਏ ਤਾਂ ਉਹ ਕਿਸਾਨੀ ਜਿਹੜੀ ਹੈ ਇੱਥੇ ਵੇਖਣ ਨੂੰ ਮਿਲਦੀ ਹੈ। ਜਿਹੜਾ ਕਿਸਾਨ ਹੈ ਉਹ ਜਿੱਥੇ ਪੰਜਾਬ ਦੇ ਵਿੱਚ ਕਿਸਾਨੀ ਕਰਦਾ ਉਹ ਪੰਜਾਬ ਵਰਗਾ ਮਾਹੌਲ ਤੁਹਾਨੂੰ ਯੂਬਾ ਸਿਟੀ ਦੇ ਵਿੱਚ ਵੀ ਵੇਖਣ ਨੂੰ ਮਿਲਦਾ। ਇੱਥੇ ਐਲਮੰਡਸ, ਕੈਸ਼ਿਊ, ਪੀਨਟਸ, ਇੱਥੇ ਕਈ ਸਾਰੇ ਡਰਾਈ ਫਰੂਟਸ ਦੀ ਜਿਹੜੀ ਹੈ ਖੇਤੀ ਹੁੰਦੀ ਹੈ ਔਰ ਆਲ ਓਵਰ ਵਰਲਡ ਦੇ ਵਿੱਚ ਅਗਰ ਕਿਹਾ ਜਾਏ ਜਿਹੜਾ ਐਲਮੰਡ ਹੈ ਉਹ ਕੈਲੀਫੋਰਨੀਆ ਲਗਾਤਾਰ ਯੂਬਾ ਸਿਟੀ ਤੋਂ ਹੀ ਆਲ ਓਵਰ ਵਰਲਡ ਦੇ ਵਿੱਚ ਜਾਂਦਾ ਹੈ। ਇਹ ਉਹੀ ਪੰਜਾਬੀ ਨੇ ਜੋ ਕਿ ਇਹਨੂੰ ਬੀਜਦੇ ਹਨ ਔਰ ਆਲ ਓਵਰ ਵਰਲਡ ਦੇ ਵਿੱਚ ਪਹੁੰਚਾਉਂਦੇ ਹਨ। ਇਹ ਉਹੀ ਪੰਜਾਬੀ ਨੇ, ਇਹ ਉਹੀ ਕਿਸਾਨ ਨੇ ਜੋ ਕਿਸਾਨੀ ਉਹ ਪੰਜਾਬ ਦੇ ਵਿੱਚ ਕਰਦੇ ਸੀ, ਉਹੀ ਕਿਸਾਨੀ ਉਹ ਯੂਬਾ ਸਿਟੀ ਦੇ ਵਿੱਚ ਕਰਦੇ ਹਨ ਔਰ ਆਪਣੀ ਪਹਿਚਾਨ ਔਰ ਆਪਣੀ ਆਨ ਬਾਨ ਤੇ ਸ਼ਾਨ ਜਿਹੜੀ ਹੈ ਉਹ ਆਲ ਓਵਰ ਵਰਲਡ ਦੇ ਵਿੱਚ ਪਹੁੰਚਾਉਂਦੇ ਹਨ। ਇਸੀ ਯੂਬਾ ਸਿਟੀ ਦੇ ਵਿੱਚ ਖੜ ਕੇ ਸਾਡੀ ਟੀਮ ਤੁਹਾਨੂੰ ਲਾਈਵ ਤਸਵੀਰਾਂ ਦੇਗੀ। ਸਾਡੀ ਟੀਮ ਤੁਹਾਨੂੰ ਦੱਸੇਗੀ ਕਿ ਕਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਜਿਹੜੀ ਹੈ ਪਰੇਡ ਹੈ ਉਹ ਕੱਢੀ ਜਾਏਗੀ। ਦੁਪਹਿਰ ਇੱਥੇ ਹਮੇਸ਼ਾ ਖਿੜੀ ਹੁੰਦੀ ਹੈ। ਵੈਦਰ ਜਿਹੜਾ ਹਮੇਸ਼ਾ ਸਨੀ ਰਹਿੰਦਾ ਹੈ ਕੈਲੀਫੋਰਨੀਆ ਦੇ ਵਿੱਚ, ਲੇਕਿਨ ਜਦ ਕੱਲ੍ਹ ਅਸੀਂ ਆਏ ਤਾਂ ਇੱਥੇ ਰੇਨ ਹੋ ਰਹੀ ਸੀਗੀ ਔਰ ਮੀਂਹ ਪਿਆ, ਲੇਕਿਨ ਮੀਂਹ ਦਾ ਵੀ ਆਪਣਾ ਹੀ ਮਜ਼ਾ ਹੈ ਯੂਬਾ ਸਿਟੀ ਦੇ ਵਿੱਚ। ਲੇਕਿਨ ਜਿਹੜੇ 7 ਦਿਨ ਦਾ ਵੈਦਰ ਹੁਣ ਸਾਨੂੰ ਪ੍ਰੈਡਿਕਟ ਹੋ ਰਿਹਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਦਰਸਾਇਆ ਜਾ ਰਿਹਾ ਉਹ ਇਹ ਹੈ ਕਿ ਇੱਥੇ ਵੈਦਰ ਜਿਹੜਾ ਸਨੀ ਰਹੇਗਾ। ਜੇਕਰ ਤੁਸੀਂ ਹਜੇ ਤੱਕ ਪਲਾਨ ਨਹੀਂ ਕੀਤਾ ਤਾਂ ਆਪਣੀ ਪਲੈਨਿੰਗ ਜ਼ਰੂਰ ਬਣਾ ਲਓ ਆਪਣੀ ਫੈਮਿਲੀ ਦੇ ਨਾਲ। ਇਸ ਮਹਾਨ ਸਥਾਨ ਤੇ ਆ ਕੇ ਤੁਸੀਂ ਵੀ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕਰ ਸਕਦੇ ਹੋ ਤੇ ਨਾਲ ਹੀ ਤੁਹਾਨੂੰ ਇੱਥੇ ਵੱਖ-ਵੱਖ ਸਟਾਲਸ ਮਿਲਣਗੇ। ਇਸ ਵਾਰ ਦੀ ਜਿਹੜੀ ਪਰੇਡ ਹੈ ਉਹ ਕਿਸਾਨਾਂ ਨੂੰ ਵੀ ਸਮਰਪਿਤ ਹੋਏਗੀ। ਜਿਹੜੇ ਕਿਸਾਨ ਸੰਘਰਸ਼ ਕਰ ਰਹੇ ਨੇ ਬਕਾਇਦਾ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਦਿੱਲੀ ਦੇ ਬਾਰਡਰਾਂ ਦੇ ਉੱਤੇ, ਉਹਨਾਂ ਕਿਸਾਨਾਂ ਦੇ ਦਰਦ ਨੂੰ ਵੀ ਜਿਹੜਾ ਬਕਾਇਦਾ ਤੌਰ ਤੇ ਇੱਥੇ ਦਰਸਾਇਆ ਜਾਏਗਾ। ਦੱਸਿਆ ਜਾਏਗਾ ਉਹਨਾਂ ਸਰਕਾਰਾਂ ਨੂੰ, ਕੁੰਭਕਰਨੀ ਨੀਂਦ ਸੁੱਤੀ ਹੋਈ ਹਾਕਮ ਸਰਕਾਰਾਂ ਨੂੰ ਕਿ ਸਾਡੇ ਕਿਸਾਨਾਂ ਦੇ ਨਾਲ ਜਿਹੜਾ ਧੱਕਾ ਤੁਸੀਂ ਕਰ ਰਹੇ ਹੋ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਹਰ ਸਾਲ ਪਰੇਡ ਕਰਦੇ ਹਾਂ, ਲੇਕਿਨ ਇਸ ਸਾਲ ਦੀ ਜਿਹੜੀ 42 ਜਿਹੜੀ 42 ਪਰੇਡ ਕੱਢੀ ਜਾਏਗੀ ਉਸ ਪਰੇਡ ਦੇ ਵਿੱਚ ਬਕਾਇਦਾ ਤੌਰ ਤੇ ਕਿਸਾਨਾਂ ਦੇ ਬਾਰੇ ਦੱਸਿਆ ਜਾਏਗਾ ਔਰ ਕਿਹਾ ਜਾਏਗਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋਈ ਕਰੇ ਚਿਤ ਲਾਵੇ। ਖਿੜੀ ਦੁਪਹਿਰ ਇਸ ਪ੍ਰੋਗਰਾਮ ਦੇ ਤਹਿਤ ਮੈਂ ਤੁਹਾਡੇ ਨਾਲ ਮੌਜੂਦ ਰਵਾਂਗਾ। ਫਿਲਹਾਲ ਰੁਕਦੇ ਹਾਂ ਇੱਕ ਨਿੱਕੇ ਜਿਹੇ ਵਕਫੇ ਲਈ। ਔਰ ਦੁਪਹਿਰ ਵੀ ਖਿੜੀ ਹੈ ਜੀ ਤੇ ਯੂਬਾ ਸਿਟੀ ਦੇ ਵਿੱਚ ਇੱਥੇ ਲੋਕ ਵੀ ਜਿਹੜੇ ਨੇ ਉਹ ਵੀ ਬੜੇ ਖਿੜੇ ਮੁਸਕਰਾਹਟ ਦੇ ਨਾਲ ਤੁਹਾਨੂੰ ਖਿੜੇ ਮੂੰਹ ਮਿਲ ਰਹੇ ਨੇ ਔਰ ਤੁਹਾਨੂੰ ਕਹਿ ਰਹੇ ਨੇ ਕਿ ਜੀ ਆਇਆਂ ਨੂੰ। ਔਰ ਜੀ ਆਇਆਂ ਨੂੰ ਸਰਬਜੀਤ ਸਿੰਘ ਤਿਹਾੜਾ ਵੀ ਕਹਿ ਰਹੇ ਨੇ ਜੋ ਕਿ ਮੁੱਖ ਸੇਵਾਦਾਰ ਹਨ ਯੂਬਾ ਸਿਟੀ ਸਿੱਖ ਟੈਂਪਲ ਦੇ। 1969 ਦੇ ਵਿੱਚ ਇਹ ਗੁਰੂ ਘਰ ਜਿਹੜਾ ਇਹ ਇੱਥੇ ਸੁਸ਼ੋਭਿਤ ਹੋਇਆ ਸੀਗਾ ਔਰ ਤਿਹਾੜਾ ਜਿਹੜੀ ਫੈਮਿਲੀ ਹੈਗੀ ਹੈ ਲਗਾਤਾਰ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ ਗੁਰੂ ਘਰ ਨੂੰ ਅੱਗੇ ਤੱਕ ਪਹੁੰਚਾਉਣ ਲਈ। ਸਿੱਖ ਰਿਕੋਗਨੀਸ਼ਨ ਦੀ ਗੱਲ ਕਰੀਏ ਜਾਂ ਫਿਰ ਪੰਜਾਬੀਆਂ ਦਾ ਮਾਣ ਕਿਸ ਤਰੀਕੇ ਨਾਲ ਯੂਬਾ ਸਿਟੀ ਦੇ ਵਿੱਚ ਵਧਾਇਆ ਜਾਏ, ਇਹਨਾਂ ਦੇ ਪਰਿਵਾਰ ਵੱਲੋਂ ਤੇ ਇਹਨਾਂ ਦੇ ਸਾਥੀਆਂ ਵੱਲੋਂ ਲਗਾਤਾਰ ਹੁਮਾ ਕੇ ਇਹ ਆਲ ਓਵਰ ਵਰਲਡ ਦੇ ਵਿੱਚ ਪ੍ਰਚਾਰ ਵੀ ਕੀਤਾ ਜਾਂਦਾ ਹੈ ਔਰ ਦੱਸਿਆ ਵੀ ਜਾਂਦਾ ਹੈ ਕਿ ਤੁਸੀਂ ਯੂਬਾ ਸਿਟੀ ਆਓ, ਤੁਹਾਡਾ ਸਵਾਗਤ ਹੈ। ਭਾਵੇਂ ਤੁਸੀਂ ਬਿਜ਼ਨਸ ਕਰਨ ਆ ਰਹੇ ਹੋ, ਭਾਵੇਂ ਤੁਸੀਂ ਨਤਮਸਤਕ ਹੋਣ ਆ ਰਹੇ ਹੋ, ਭਾਵੇਂ ਤੁਸੀਂ ਆਪਣਾ ਭਵਿੱਖ ਆਪਣਾ ਅਮਰੀਕਨ ਡ੍ਰੀਮ ਪੂਰਾ ਕਰਨ ਆ ਰਹੇ ਹੋ, ਤਾਂ ਸਰਬਜੀਤ ਸਿੰਘ ਤਿਹਾੜਾ ਹੋਰਾਂ ਨੂੰ ਮਿਲਣਾ ਨਾ ਭੁੱਲਿਓ। ਇਹ ਪੋਲੀਟੀਕਲੀ ਵੀ ਇੱਥੇ ਐਕਟਿਵ ਨੇ, ਸੋਸ਼ਲੀ ਵੀ ਐਕਟਿਵ ਨੇ ਔਰ ਜਦ ਗੱਲ ਆਉਂਦੀ ਹੈ ਸਿੱਖ ਨੂੰ ਆਪਣੀ ਪਹਿਚਾਣ ਦੱਸਣ ਦੀ, ਪੰਜਾਬੀਆਂ ਨੂੰ ਆਪਣੀ ਇਤਿਹਾਸ ਦੱਸਣ ਦੀ, ਆਪਣਾ ਮਿਥਿਹਾਸ ਦੱਸਣ ਦੀ, ਤਾਂ ਸਰਬਜੀਤ ਸਿੰਘ ਤਿਹਾੜਾ ਵਰਗੀ ਪਰਸਨੈਲਿਟੀ ਉਹ ਇੱਥੇ ਦੱਸਣ ਦੇ ਵਿੱਚ ਕਾਮਯਾਬ ਵੀ ਹੁੰਦੇ ਹਨ। ਕਿਵੇਂ ਅਸੀਂ ਆਪਣੀ ਵਿਰਾਸਤ ਨੂੰ ਸਾਂਭ ਕੇ ਰੱਖੀਏ, ਕਿਵੇਂ ਅਸੀਂ ਆਪਣੇ ਸੱਭਿਆਚਾਰ ਨੂੰ ਦਰਸਾਈਏ, ਉਹ ਸਰਬਜੀਤ ਸਿੰਘ ਤਿਹਾੜਾ ਹੋਰਾਂ ਨੇ ਆਪਣੇ ਮਨ ਦੇ ਵਿੱਚ ਵਸਾਇਆ ਵੀ ਹੋਇਆ। ਔਰ ਗੁਰੂ ਘਰ ਦੇ ਨਾਲ ਨਾਲ ਇਹ ਜਦ ਸੋਸ਼ਲੀ ਗੱਲ ਕਰੀਏ ਤਾਂ ਜਿੰਨਾ ਵੀ ਫਾਇਰ ਵਰਕ ਤੁਸੀਂ ਵੇਖੋਗੇ, ਜਿੰਨੇ ਵੀ ਫਲੋਟ ਇੱਥੇ ਲੱਗ ਰਹੇ ਨੇ, ਇਹ ਗੁਰੂ ਘਰ ਦੀ ਗੋਲਕ ਤੋਂ ਨਹੀਂ ਸਗੋਂ ਇਹਨਾਂ ਦੇ ਫਰੈਂਡਸ ਵੱਲੋਂ, ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਜਿਹੜੇ ਲੋਕ ਨੇ ਉਹ ਸੇਵਾ ਨਿਭਾ ਰਹੇ ਹਨ। ਤੇ ਨਾਲ ਹੀ ਇਹ ਵੀ ਅਸੀਂ ਗੱਲ ਜ਼ਰੂਰ ਕਹਿਣਾ ਚਾਹਾਂਗੇ ਕਿ ਇੱਥੇ ਇਹ ਵੀ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਕਿ ਬਈ ਯੂਬਾ ਸਿਟੀ ਗੁਰਦੁਆਰੇ ਦੀ ਮੈਨੇਜਮੈਂਟ ਨੂੰ
ਪਰਮਿਟ ਨਹੀਂ ਮਿਲਿਆ, ਉੱਥੇ ਟਾਊਨ ਇਜਾਜ਼ਤ ਨਹੀਂ ਦੇ ਰਹੀ, ਤਾਂ ਇਸ ਵਾਰ ਪਰੇਡ ਜਿਹੜੀ ਹੋਣੀ ਬੜੀ ਔਖੀ ਹੈ। ਤਾਂ ਇਹਨਾਂ ਅਫਵਾਹਾਂ ਦੇ ਬਾਜ਼ਾਰ ਦੇ ਉੱਤੇ ਕਿੰਨੀ ਕੁ ਸੱਚਾਈ ਹੈ, ਆਓ ਚਾਨਣਾ ਪਾਉਂਦੇ ਹਾਂ ਸਰਬਜੀਤ ਸਿੰਘ ਧਿਆੜਾ ਹੋਰਾਂ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਤੁਹਾਡਾ ਜਸ ਟੀਵੀ ਦਾ, ਤੁਹਾਡਾ ਸਾਰਿਆਂ ਦਾ, ਸਰੋਤਿਆਂ ਦਾ, ਆਇਆਂ ਦਾ ਇੱਥੇ ਬਹੁਤ ਬਹੁਤ ਧੰਨਵਾਦ ਦਾ ਸਵਾਗਤ ਕਰਦਾ। ਬਾਕੀ ਸਾਡੀ ਸਾਰੀ ਜਿਹੜੀ ਯੂਨੀਵਰਸਿਟੀ ਦੀ ਸੰਗਤ, ਸਾਧ ਸੰਗਤ, ਸਾਡੀ ਜਿੰਨੀ ਯੂਨੀਵਰਸਿਟੀ ਦੀ ਆਪਣੇ ਜਿੰਨੇ ਵੀ ਨਗਰ ਕੀਰਤਨ ਦੇ ਨਾਲ ਸੰਬੰਧ ਰੱਖਦੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤ ਦਾ। ਸਾਡੇ ਸਾਰੇ ਬੋਰਡ ਵੱਲੋਂ, ਸਾਡੀ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਲੱਖ ਲੱਖ ਸਾਰਿਆਂ ਨੂੰ ਵਧਾਈਆਂ 42ਵੇਂ ਨਗਰ ਕੀਰਤਨ ਦੀਆਂ। ਬਾਕੀ ਤੁਹਾਨੂੰ ਪਰਮਿਟ ਦੀ ਤੁਸੀਂ ਇਸ਼ੂਜ਼ ਦੀ ਗੱਲ ਕੀਤੀ ਆ, ਆਪਣੇ ਕੋਲ ਪਰਮਿਟ ਆਲਰੇਡੀ ਵੈਲਿਡ ਪਰਮਿਟ ਆ, ਸਟਰ ਕਾਉਂਟੀ ਦਾ ਪਰਮਿਟ ਸਾਡੇ ਕੋਲ ਆ। ਇਸ ਪਰਮਿਟ ਦੇ ਉੱਤੇ ਕੋਈ ਰਿਸਟ੍ਰਿਕਸ਼ਨ ਨਹੀਂ ਕਿਸੇ ਤਰ੍ਹਾਂ ਦੀ ਵੀ। ਫੁੱਲ ਪਲੇਜ ਨਗਰ ਕੀਰਤਨ ਸਾਰੀ ਸੰਗਤ ਜਿਹੜੀ ਵੀ ਸੁਣ ਰਹੀ ਆ, ਜਿੱਥੇ ਤਾਂ ਜਸ ਟੀਵੀ ਦਾ ਮੈਸੇਜ ਆ ਰਿਹਾ, ਸਾਰੇ ਆਪਣੇ ਯੰਗ ਜਨਰੇਸ਼ਨ ਨੂੰ ਲੈ ਕੇ ਗੁਰੂ ਘਰ ਪਹੁੰਚੋ। ਜੇ ਮੈਸੇਜ ਕੋਵਿਡ ਨੂੰ ਮੁੱਖ ਰੱਖ ਕੇ ਤੇ ਕੋਵਿਡ ਦੀ ਰਿਸਟ੍ਰਿਕਸ਼ਨ ਜ਼ਰੂਰ ਹੈਗੀ ਆ ਵੀ ਆਪਾਂ ਸੇਫ ਰੱਖਣਾ। ਸੈਨੀਟਾਈਜ਼ਰ ਮਾਸਕ ਪ੍ਰੋਵਾਈਡਡ ਆ, ਜਿੱਥੇ ਆਪਣੀਆਂ ਬੱਸਸ ਚੱਲ ਰਹੀਆਂ ਰਿਵਰ ਵੈਲੀ ਤੋਂ, ਉੱਥੇ ਵੀ ਸੈਨੀਟਾਈਜ਼ਰ ਮਾਸਕ ਅਪਲਾਈ ਕੀਤੇ ਜਾਊਗੇ। ਗੁਰੂ ਘਰ ਦੇ ਅੰਦਰ ਜੋ ਹੀ ਜਾਣਾ ਬਾਹਰਲੇ ਪਾਸੇ ਉੱਥੋਂ ਵੀ ਮਾਸਕ ਮਿਲੂਗੇ। ਸਪੈਸ਼ਲ ਕੀ ਆਪਾਂ ਜਿਹੜੀ ਹੈਗੇ ਆ, ਜਿੰਨੇ ਵੀ ਹੈਂਡੀਕੈਪਡ ਹੈਗੇ ਆ ਉਹਨਾਂ ਲਈ ਮੋਹਰੇ ਸੰਗਤ ਲਈ ਪੂਰਾ ਓਪਨ ਕੀਤਾ ਗਿਆ। ਵੀ ਜਿਹੜਾ ਇਸੇ ਕਰਕੇ ਆਪਾਂ ਇਸ਼ੂ ਜਿਹੜਾ ਸੀਗਾ ਇਹਨੂੰ ਓਪਨ ਇਸ਼ੂ ਹੈ ਕਿ ਜਿੰਨੇ ਵੀ ਪੜਾਅ ਲੱਗ ਰਹੇ ਆ ਤੇ ਖੁੱਲ੍ਹਾ ਕੀਤਾ ਜਾਵੇ, ਜਿਹਦੇ ਨਾਲ ਕੋਵਿਡ-19 ਕਰਕੇ ਵੀ ਆਪਾਂ ਨੂੰ ਰਿਸਟ੍ਰਿਕਸ਼ਨ ਨਾ ਕੋਈ ਹੋ ਸਕੇ। ਧਿਆੜਾ ਜੀ, ਇੱਥੇ ਜਿਹੜੀਆਂ ਸੰਗਤਾਂ ਹੁਮ ਕੇ ਪੁੰਜਦੀਆਂ, ਕਿੱਥੋਂ ਸੰਗਤਾਂ ਆਉਂਦੀਆਂ, ਔਰ ਇਸ ਵਾਰ ਦਾ ਜਿਹੜਾ ਨਗਰ ਕੀਰਤਨ ਹੈ 1 ਸਾਲ ਦਾ ਕਿਉਂਕਿ ਗੈਪ ਕੋਵਿਡ ਕਰਕੇ ਪੈ ਗਿਆ ਸੀਗਾ, ਤਾਂ ਕੀ ਕੁਝ ਖਾਸ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ, ਕੀ ਕੁਝ ਵੱਖਰਾ ਜਿਹੜਾ ਇਸ ਵਾਰ ਸੰਗਤਾਂ ਨੂੰ ਵੇਖਣ ਨੂੰ ਮਿਲੇਗਾ? ਜਿਹੜੀਆਂ ਸੰਗਤਾਂ ਹੈਗੀਆਂ ਉਹਨਾਂ ਦੇ ਲਈ ਵੱਖਰਾ ਇਹ ਆ, ਇੱਕ ਤਾਂ ਆਪਾਂ ਕੋਈ ਵੀ ਚੀਜ਼ ਜਿਹੜੀ ਹੈਗੀ ਆ ਜਿੱਦਾਂ 2019 ਦੇ ਵਿੱਚ ਹੋ ਸਕੀ ਉਹ ਕਰਨ ਦੀ ਟਰਾਈ ਕੀਤੀ ਆ। ਪਾਰਕਿੰਗ ਫੈਸਿਲਿਟੀ ਟਰਾਈ ਕੀਤੀ ਆ ਵਧੀਆ ਆਪਾਂ ਨੂੰ ਕਰਨ ਦੀ। ਗੁਰੂ ਘਰ ਦੇ ਖੱਬੇ ਪਾਸੇ ਆਪਣਾ ਜਿੱਧਰ ਹੋਵੇ ਆਪਣੇ ਲਾਈਵ ਬੁੱਕ ਦੀ ਸਾਈਡ ਵਾਲੇ ਪਾਸੇ 50 ਏਕੜ ਪਾਰਕਿੰਗ ਆ, ਉਹ ਕੋਸ਼ਿਸ਼ ਕਰ ਰਹੇ ਆ ਜੇ ਮੀਂਹ ਕਿਣੀ ਦਾ ਮਹਾਰਾਜ ਨੇ ਕਿਰਪਾ ਰੱਖੀ ਉਹ ਪਾਰਕਿੰਗ ਤਿਆਰ ਹੋ ਗਈ। ਸੋ ਜਿਹੜਾ ਸੰਗਤ ਨੂੰ ਦੂਰੋਂ ਆਉਣ ਦੇ ਲਈ ਜਿਹੜਾ ਔਖਾ ਹੋਣਾ ਪੈਂਦਾ ਤੇ ਉਹ ਆਪਣੇ ਲਾਗੇ ਗੁਰੂ ਘਰ ਦੇ ਆ ਸਕਦੇ। ਬਾਕੀ ਜਿਹੜੇ ਹੈਗਾ ਮੋਹਰਲਾ ਗੁਰੂ ਘਰ ਦਾ ਜਿਹੜਾ ਫਰੰਟ ਹੈਗਾ ਉਹ ਕੋਵਿਡ ਨੂੰ ਰੱਖ ਕੇ ਜਦੋਂ ਤੁਹਾਨੂੰ ਅੱਗੇ ਦੱਸ ਚੁੱਕਾ ਵੀ ਇਹ ਓਪਨ ਰੱਖਣਾ ਸੀ। ਇਹਦੇ ਕਰਕੇ ਜਿਹੜੀ ਸੰਗਤ ਆ ਉਹ ਇੱਕ ਦੂਜੇ ਦੇ ਨਾਲ ਮੋਢਾ ਨਾ ਵੱਜ ਸਕੇ ਤੇ ਥੋੜਾ ਡਿਸਟੈਂਸ ਰਹਿ ਸਕੇ। ਆਪਾਂ ਬਿਲਕੁਲ ਸੰਗਤਾਂ ਨੂੰ ਇਸ ਵਾਰ ਇਹ ਸੁਨੇਹਾ ਵੀ ਦੇਵਾਂਗੇ ਕਿ ਛੱਡ ਪਿਛਲੀਆਂ ਗੱਲਾਂ, ਜੋ ਹੋਇਆ ਸੋ ਹੋਇਆ, ਹੁਣ ਆਓ ਰਲ ਮਿਲ ਕੇ ਇਸ ਇਤਿਹਾਸ ਨੂੰ ਬਣਾਈਏ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਨੇਹੇ ਨੂੰ ਵਿਸ਼ਵ ਭਰ ਦੇ ਵਿੱਚ ਪਹੁੰਚਾਈਏ। ਕਹੂੰਗੇ ਸਾਰੀ ਸੰਗਤਾਂ ਨੂੰ ਮੈਂ ਇਹ ਕਹੂੰਗਾ, ਜਿਹੜੀ ਕੋਈ ਵੀ ਕਿਸੇ ਤੋਂ ਗਲਤੀ ਜਾਂ ਕਿਸੇ ਦੇ ਨਾਲ ਕੋਈ ਹੋ ਚੁੱਕੀ ਆ ਉਹ ਸਾਰੀਆਂ ਛੱਡ ਕੇ ਆਪਾਂ ਮੋਢੇ ਨਾਲ ਮੋਢਾ ਲਾ ਕੇ ਸਾਰੇ ਖੜੀਏ। ਗੁਰੂ ਮਹਾਰਾਜ ਦਾ ਦਿਨ ਆ, ਸਾਰੇ ਰਲ ਮਿਲ ਕੇ ਇਹਨੂੰ ਮਨਾਈਏ ਤਾਂ ਵਧੀਆ ਕਰੀਏ। 42ਵਾਂ ਨਗਰ ਕੀਰਤਨ ਆਪਾਂ ਐਨ ਧੂਮਧਾਮ ਨਾਲ ਮਨਾਉਣਾ, ਬਿਕਾਜ਼ ਆਪਾਂ ਨੂੰ ਗੁਰੂ ਮਹਾਰਾਜ ਨੇ ਬਖਸ਼ਿਸ਼ ਮੁੜ ਕੇ ਦਿੱਤੀ ਆ। ਜਿਹੜਾ ਕੋਵਿਡ ਦੀ ਬਿਮਾਰੀ ਆ ਉਹ ਪਰੇ ਜਾ ਰਹੀ ਆ, ਸਾਡੇ ਲਈ ਫੇਰ ਸਾਰਾ ਮੁੜ ਕੇ ਵਰਲਡ ਖੁੱਲ੍ਹ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸਰਬਜੀਤ ਸਿੰਘ ਧਿਆੜਾ ਸਾਹਿਬ। ਸੋ ਇਹਨਾਂ ਨੇ ਜਿਵੇਂ ਦੱਸਿਆ ਸਾਨੂੰ ਕਿ ਇੱਥੇ ਖਾਸ ਤਿਆਰੀਆਂ ਜਿਹੜੀਆਂ ਬਕਾਇਦਾ ਤੌਰ ਤੇ ਕੀਤੀਆਂ ਗਈਆਂ ਤੇ ਤੁਸੀਂ ਵੀ ਹੁਮ ਕੇ ਇੱਥੇ ਪਹੁੰਚੋ। ਜਿਵੇਂ ਇਹਨਾਂ ਨੇ ਦੱਸਿਆ ਕਿ ਗੁਆਂਢੀ ਮੁਲਕ ਤੋਂ ਵੀ ਬਕਾਇਦਾ ਤੌਰ ਤੇ ਵੈਨਕੂਵਰ ਤੋਂ, ਟੋਰੰਟੋ ਤੋਂ, ਬਰੈਂਪਟਨ ਤੋਂ ਇੱਥੇ ਹੁਮ ਕੇ ਸੰਗਤਾਂ ਪਹੁੰਚਦੀਆਂ ਹਨ। ਯੂਬਾ ਸਿਟੀ ਜਿਹੜਾ ਉਹ ਪੰਜਾਬੀਆਂ ਦਾ ਸਿਆਸੀ ਗੜ੍ਹ ਕਿਵੇਂ ਬਣਿਆ, ਯੂਬਾ ਸਿਟੀ ਦੇ ਵਿੱਚ ਕਿਵੇਂ ਸਿੱਖਾਂ ਦੀ ਤੇ ਪੰਜਾਬੀਆਂ ਦੀ ਰਿਕੋਗਨਾਈਜੇਸ਼ਨ ਜਿਹੜੀ ਆ ਉਹ ਦਿਨ ਬਰ ਦਿਨ ਵੱਧਦੀ ਜਾ ਰਹੀ ਹੈ, ਉਹ ਮੈਂ ਜ਼ਰੂਰ ਇੱਕ ਵਾਰੀ ਚਾਨਣਾ ਜ਼ਰੂਰ ਪਾਉਣਾ ਚਾਹਾਂਗਾ ਸਰਬਜੀਤ ਧਿਆੜਾ ਹੋਰਾਂ ਨਾਲ। ਯੂਬਾ ਸਿਟੀ ਦੇ ਥੋੜ੍ਹਾ ਜਿਹਾ ਇਤਿਹਾਸ ਬਾਰੇ ਦੱਸੀਏ ਕਿ ਕਦ ਇੱਥੇ ਪੰਜਾਬੀ ਆਏ ਔਰ ਕਿਵੇਂ ਪੰਜਾਬੀਆਂ ਨੇ ਇੱਥੇ ਮੱਲਾਂ ਮਾਰੀਆਂ, ਔਰ ਅੱਜ ਪੂਰੇ ਆਲ ਓਵਰ ਵਰਲਡ ਦੇ ਵਿੱਚ ਅਗਰ ਅਸੀਂ ਮੈਪ ਵੇਖਦੇ ਹਾਂ, ਜਦ ਯੂਬਾ ਸਿਟੀ ਵੇਖਦੇ ਹਾਂ ਤਾਂ ਉੱਥੇ ਕਿਤੇ ਨਾ ਕਿਤੇ ਸਾਨੂੰ ਸਿੱਖ ਜ਼ਰੂਰ ਦਰਸਾਉਂਦੇ ਹਨ। ਦੇਖੋ ਯੂਬਾ ਸਿਟੀ ਦੇ ਵਿੱਚ ਜਿਹੜੇ ਪੰਜਾਬੀ ਆ, ਪਹਿਲਾਂ ਇੱਥੇ ਨਿਊ ਮੈਕਸੀਕੋ ਤੋਂ ਆਪਣੇ ਮੈਕਸੀਕੋ ਦੇ ਵਿੱਚੋਂ ਸੰਗਤ ਜਿਹੜੀ ਕੈਲੀਫੋਰਨੀਆ ਤੁਰੀ ਆ, ਇਸੇ ਕਰਕੇ ਆਪਣੇ ਬਜ਼ੁਰਗ ਜਿਹੜੇ अर्ਲੀ 1900 ਦੇ ਵਿੱਚ ਇੱਥੇ ਪਹੁੰਚੇ ਆ, ਉਹਨੇ ਆ ਕੇ ਇੱਥੇ ਇਸਟੈਬਲਿਸ਼ ਕੀਤੀ। ਸਪੈਨਿਸ਼ ਲੇਡੀਜ਼ ਦੇ ਨਾਲ, ਸਪੈਨਿਸ਼ ਫੈਮਲੀਜ਼ ਦੇ ਨਾਲ ਮੈਰਿਜ ਹੋ ਕੇ, ਇਸੇ ਕਰਕੇ ਆਪਣਾ ਜਿਹੜਾ ਮੁੜ ਕੇ ਸਾਰਾ ਸਿਸਟਮ ਚੱਲਿਆ। ਸੋ ਇਹ ਆਪਣੇ ਬਜ਼ੁਰਗਾਂ ਨੇ ਬਹੁਤ ਔਖਾ ਟਾਈਮ ਦੇਖ ਕੇ ਸਾਨੂੰ ਆ ਜਿਹੜੀ ਫਰੀडम ਮਿਲੀ ਅੱਜ, ਇਹ ਆਪਾਂ ਬਜ਼ੁਰਗਾਂ ਦਾ ਧੰਨਵਾਦ ਇਨਫ ਨਹੀਂ ਕਰ ਸਕਦੇ। ਮੈਂ ਇਹ ਵੀ ਕਹਿਣਾ ਚਾਹੂੰਗਾ, ਜਿਹੜਾ ਆਹ ਨਗਰ ਕੀਰਤਨ ਆ
ਇਹ 42 ਸਾਲ ਪਹਿਲਾਂ ਸਾਡੇ ਅੰਕਲ ਜੀ ਦਦਾਰ ਸਿੰਘ ਬੈਂਸ ਪਰਿਵਾਰ ਦੀ ਬਹੁਤ ਦੇਣ ਆ। ਉਹਨੇ ਸ਼ੁਰੂ ਕੀਤਾ ਇੱਥੋਂ। ਉਹ ਅੱਜ ਆਪਣੇ ਨਾਲ ਨਹੀਂ ਹੈਗੇ, ਉਹ ਥੋੜ੍ਹੀ ਸਿੱਖ ਆ, ਘਰ ਆ। ਸੋ ਮਹਾਰਾਜ ਉਹਨਾਂ ਨੂੰ ਵੀ ਕਿਰਪਾ ਕਰੇ ਵੀ ਉਹ ਮੁੜ ਕੇ ਠੀਕ ਹੋਣ ਤਾਂ ਸਾਡੇ ਨਾਲ ਗੁਰੂ ਘਰ ਆਉਣ। ਤਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇਹਦੇ ਵਿੱਚ ਵੀ ਬਹੁਤ ਹੋਰ ਪਰਿਵਾਰ ਜਿਹੜੇ ਹੈਗੇ ਆ, ਜੌਲ ਪਰਿਵਾਰ ਹੋਏ, ਜਿੱਦਾਂ ਥਿਆੜਾ ਪਰਿਵਾਰ ਆ, ਇੱਦਾਂ ਹੋਰ ਵੀ ਬਹੁਤ ਪਰਿਵਾਰ ਆ ਜਿਹਨੀ ਇਹ ਪਹਿਲਾਂ ਸ਼ੁਰੂ ਕੀਤਾ ਇਹ ਨਗਰ ਕੀਰਤਨ। ਤੇ ਨਾਲੇ ਇਹ ਗੁਰੂ ਕਾ 68 ਦੇ ਵਿੱਚ ਸਾਡੇ ਪਹਿਲਾ ਸੈਕਟਰੀ ਸਾਡੇ ਬਾਬਾ ਜੀ ਭਾਗ ਸਿੰਘ ਥਿਆੜਾ ਸੀਗੇ। ਸੋ ਇਹ ਉਹ ਪੜ੍ਹੇ ਲਿਖੇ ਸੀਗੇ, ਉਹਨੇ ਬਹੁਤ ਮੂਵਮੈਂਟਾਂ ਕੀਤੀਆਂ ਇਸ ਏਰੀਏ ਦੇ ਵਿੱਚ ਆ ਕੇ। ਸੋ ਇਹ ਬਖਸ਼ਿਸ਼ ਉਹਨਾਂ ਦੀ ਹੈ ਜੀ ਸਾਰਿਆਂ ਦੀ। ਤੁਹਾਨੂੰ ਲੱਗਦਾ ਕਿ ਜਿਹੜੀ ਮੂਵਮੈਂਟ ਉਸ ਟਾਈਮ ਕੀਤੀਆਂ ਅੱਜ ਉਹ ਮੂਵਮੈਂਟ ਕੰਮ ਆ ਰਹੀ ਹੈ, ਔਰ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ, ਤੁਸੀਂ ਹੁਣ ਜਿਹੜੀ ਆਹ ਵਾਲੀ ਜਨਰੇਸ਼ਨ ਹੈ ਉਹ ਉਸ ਗੱਲ ਨੂੰ ਅੱਗੇ ਪਹੁੰਚਾ ਰਹੀ ਹੈ ਤਾਂ ਕਿ ਸਾਡਾ ਮੈਪ ਦੇ ਵਿੱਚ ਹੋਰ ਨਾ ਜਿਹੜਾ ਸਟਰੋਂਗ ਹੋ ਸਕੇ? ਇਸੇ ਕਰਕੇ ਮੈਂ ਪਹਿਲਾਂ ਰਿਕੁਐਸਟ ਬੇਨਤੀ ਕੀਤੀ ਆ ਸਾਰੀ ਵੀ ਆਪਣੇ ਫੈਮਲੀਜ਼ ਨੂੰ ਵੀ ਜਿਹੜਾ ਯੰਗ ਜਨਰੇਸ਼ਨ ਆ ਉਹਨੂੰ ਜ਼ਰੂਰ ਲੈ ਕੇ ਆਓ, ਉਹਨਾਂ ਨੂੰ ਦੱਸਿਆ ਜਾਵੇ ਵੀ ਕੀ ਆਪਣੇ ਬਜ਼ੁਰਗ ਆਪਾਂ ਨੂੰ ਬਣਾ ਕੇ 68 ਦੇ ਵਿੱਚ ਇਦਾਂ ਦੀਆਂ ਬਿਲਡਿੰਗਾਂ ਬਣਾ ਕੇ ਆਪਾਂ ਨੂੰ ਉਦੋਂ ਦੇਖਿਆ ਵੀ ਆਪਣਾ ਜਿਹੜਾ ਫਰਜ਼ ਆ ਆਪਾਂ ਵੀ ਇਹਨਾਂ ਨੂੰ ਇਸ ਬਿਲਡਿੰਗਾਂ ਨੂੰ ਵਧੀਆ ਬਣਾਈਏ। ਵੇਖੋ ਆਪਾਂ ਸਾਰੇ 5 ਸਟਾਰ ਆਪਾਂ ਨੂੰ ਘਰ ਮਹਾਰਾਜ ਨੇ ਬਖਸ਼ੇ ਆ। ਉਹ 5 ਸਟਾਰ ਜਿਹੜੇ ਘਰ ਆ ਆਪਾਂ ਨੂੰ ਦੇ ਸਕਦਾ ਜੇ 68 ਦੇ ਵਿੱਚ ਇਹ ਗੁਰੂ ਘਰਾਂ ਦੇ ਵਿੱਚ ਉਦੋਂ ਜਿਹੜੀ ਆਪਣੀ ਸੰਗਤ ਸੀਗੀ ਸਾਰੀ ਲੇਬਰ ਕੈਂਪਸ ਦੇ ਵਿੱਚ ਰਹਿ ਰਹੀ ਸੀ, ਉਦੋਂ ਸਾਡੇ ਬਜ਼ੁਰਗਾਂ ਨੇ ਆਹ ਨੂੰ ਬਣਾਤਾ। ਹੁਣ ਸਾਡਾ ਐਫਰਟ ਇਹ ਹੋਣਾ ਚਾਹੀਦਾ ਅਸੀਂ ਕੋਈ ਨਾ ਕੋਈ ਚੀਜ਼ ਜਿਹੜੀ ਬਣਾ ਕੇ ਹੁਣ ਜਾਈਏ ਤੇ ਜਿਹੜੀ ਗਾਹਾਂ 100 ਸਾਲ ਸਾਡੇ ਜਿਹੜੇ ਗਾਹਾਂ ਤੋਂ ਗਾਹਾਂ ਨਿਆਣੇ ਆ ਉਹ ਦੇਖ ਸਕਣ ਵੀ ਆਹ ਬਜ਼ੁਰਗਾਂ ਨੇ ਵੀ ਕੁਝ ਕੀਤਾ। ਬਿਲਕੁਲ। ਸੋ ਜਿਵੇਂ ਇੱਥੇ ਸਰਬਜੀਤ ਸਿੰਘ ਤਿਆੜਾ ਹੋਰਾਂ ਨੇ ਦੱਸਿਆ ਕਿ ਇਹਨਾਂ ਨੇ ਹੈਰੀਟੇਜ ਜਿਹੜਾ ਉਹ ਇੱਥੇ ਵਿਰਾਸਤ ਨੂੰ ਸਾਂਭ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ। ਕਈ ਸਾਰੇ ਪਰਿਵਾਰ ਜਿਹੜੇ ਨੇ ਉਹ ਇਹਨਾਂ ਦੇ ਪਰਿਵਾਰ ਦੇ ਨਾਲ ਜੁੜੇ, ਜਿਵੇਂ ਇਹਨਾਂ ਨੇ ਦੱਸਿਆ ਕਿ ਬੈਂਸ ਪਰਿਵਾਰ, ਜੋਹਲ ਪਰਿਵਾਰ, ਜਿਨ੍ਹਾਂ ਨੇ 1969 ਦੇ ਵਿੱਚ ਉਹ ਸੋਚ, ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਫਲਸਫਾ, ਜਿੱਥੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਝੂਠੇ ਮੁਕਾਬਲਿਆਂ ਦੇ ਵਿੱਚ ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ, ਤਾਂ ਉੱਥੇ ਹੀ 7 ਸਮੁੰਦਰ ਪਾਰ ਕੁਝ ਅਜਿਹੇ ਅਲੌਕਿਕ ਸਿੱਖ ਸੀਗੇ, ਕੁਝ ਅਜਿਹੀ ਸ਼ਖਸੀਅਤਾਂ ਸੀਗੀਆਂ ਜਿਹੜੀ 1969 ਦੇ ਵਿੱਚ ਇਹ ਸੋਚ ਰਹੀ ਸੀਗੀਆਂ ਕਿ ਕਿਵੇਂ ਅਸੀਂ ਇੱਥੇ ਕੈਲੀਫੋਰਨੀਆ 7 ਸਮੁੰਦਰ ਪਾਰ ਆਪਣੀ ਨੀਂਵ ਨੂੰ, ਆਪਣੀ ਵਿਰਾਸਤ ਨੂੰ ਔਰ ਆਉਣ ਵਾਲੀ ਆਪਣੀ ਪੀੜ੍ਹੀ ਨੂੰ ਅਸੀਂ ਸਟਰੋਂਗ ਕਰ ਸਕੀਏ, ਐਮਪਾਵਰ ਕਰ ਸਕੀਏ ਔਰ ਦੱਸ ਸਕੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਕੀ ਹੈ, ਸਿੱਖ ਦਾ ਇਤਿਹਾਸ ਕੀ ਹੈ ਔਰ ਪੰਜਾਬੀਆਂ ਦਾ ਮਾਣ ਕੀ ਹੈ। ਯੁਵਾ ਸਿਟੀ ਸਿੱਖ ਟੈਂਪਲ ਤੋਂ ਖਿੜੀ ਦੁਪਹਿਰ ਇਸੇ ਤਰੀਕੇ ਨਾਲ ਜਾਰੀ ਰਹੇਗਾ ਕਿਉਂਕਿ ਦੁਪਹਿਰ ਬਹੁਤ ਖਿੜੀ ਹੈ। ਔਰ ਇੱਥੇ ਤੁਸੀਂ ਵੇਖ ਰਹੇ ਹੋ ਸਾਡੇ ਤਿਹਾੜਾ ਸਾਹਿਬ, ਉਹਨਾਂ ਦਾ ਵੀ ਚਿਹਰਾ ਜਿਹੜਾ ਹੈ ਬਹੁਤ ਖਿੜਿਆ ਹੋਇਆ ਔਰ ਤੁਹਾਨੂੰ ਉਹ ਸੱਦ ਰਹੇ ਨੇ ਕਿ ਆਓ ਗੁਰੂ ਘਰ ਦੀਆਂ ਖੁਸ਼ੀਆਂ ਹਾਸਿਲ ਕਰੋ ਔਰ ਕਹੋ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਮਿਲਦੇ ਹਾਂ ਜਿਸ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਖਿੜੀ ਦੁਪਹਿਰ ਬਹੁਤ ਹੀ ਖਿੜੀ ਹੋਈ ਹੈ ਯੁਵਾ ਸਿਟੀ ਦੇ ਵਿੱਚ ਔਰ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਹੁਣ ਉਸ ਫਲਸਫੇ ਨੂੰ ਅੱਗੇ ਵਧਾਇਆ ਜਾ ਰਿਹਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਵੇ। ਤਾਂ ਇੱਥੇ ਸਾਡੀਆਂ ਜਿਹੜੀਆਂ ਮਾਵਾਂ ਹਨ, ਸਾਡੀਆਂ ਭੈਣਾਂ ਹਨ, ਕਿਸ ਤਰੀਕੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਅਦਰਕ, ਲਸਣ ਤੇ ਗੰਢੇ ਜਿਹੜੇ ਨੇ ਉਹ ਛਿੱਲੇ ਜਾ ਰਹੇ ਨੇ। ਗੁਰਪੁਰਬ ਦੀਆਂ ਤਿਆਰੀਆਂ ਜਿਹੜੀਆਂ ਉਹਨੂੰ ਮੁਕੰਮਲ ਕਰਨ ਦੇ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਤੇ ਅਸੀਂ ਵੀ ਬਹੁਤ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਹਾਂ ਕਿ ਸਾਨੂੰ ਵੀ ਇਸ ਨਗਰ ਕੀਰਤਨ ਦੇ ਵਿੱਚ, ਇਸ 42ਵੇਂ ਨਗਰ ਕੀਰਤਨ ਦੇ ਵਿੱਚ ਆ ਕੇ ਇਹਨਾਂ ਦੇ ਨਾਲ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਉਹ ਖੁਸ਼ ਨਸੀਬ ਹੀ ਹੁੰਦੇ ਹਨ ਜਿਨ੍ਹਾਂ ਨੂੰ ਸੰਗਤ ਦੇ ਵਿੱਚ ਬਹਿ ਕੇ ਲੰਗਰ ਛਕਣ ਦਾ ਮੌਕਾ ਮਿਲਦਾ ਔਰ ਸੇਵਾ ਕਰਨ ਦਾ ਅਜਿਹੇ ਮੌਕੇ ਦੇ ਉੱਤੇ ਮੌਕਾ ਮਿਲਦਾ। ਤੇ ਇਸ ਮੌਕੇ ਨੂੰ ਕੋਈ ਵੀ ਜਿਹੜਾ ਆਪਣੇ ਹੱਥੋਂ ਨਹੀਂ ਜਾਣ ਦੇਣਾ ਚਾਹੁੰਦਾ ਤੇ ਸਾਡੇ ਨਾਲ ਕਾਫੀਆਂ ਸਾਡੀਆਂ ਮਾਵਾਂ ਮੌਜੂਦ ਹਨ। ਉਹ ਕੀ ਸੁਨੇਹਾ ਤੁਹਾਨੂੰ ਦੇਣਾ ਚਾਹੁੰਦੇ ਹਨ, ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਕਿੰਨੇ ਟਾਈਮ ਤੋਂ ਇਸ ਨਗਰ ਕੀਰਤਨ ਦੇ ਵਿੱਚ ਆ ਰਹੇ ਹੋ, ਕੀ ਕੁਝ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਮੇਰਾ ਨਾਮ ਸੁਸ਼ਮਾ ਭਾਰਦਵਾਜ ਹੈਗਾ। ਮੈਂ ਇੱਥੇ ਕੋਈ 25 ਸਾਲਾਂ ਤੋਂ ਹਰ ਸਾਲ ਮੈਂ ਆਂਦੀ ਹੈਗੀ ਆ। 20 ਸਾਲ ਤੋਂ ਉੱਤੇ ਹੋ ਗਏ ਮੈਂ ਐਵਰੀਡੇ ਸੇਵਾ ਕਰਨ ਵਾਸਤੇ ਆਂਦੀ ਆ। ਇੱਕ ਦਿਨ ਵੀ ਜੇ ਮਿਸ ਹੋ ਜਾਵੇ ਤੇ ਇਦਾਂ ਲੱਗਦਾ ਕਿ ਜ਼ਿੰਦਗੀ 'ਚ ਕੋਈ ਚੀਜ਼ ਖੁੱਝ ਗਈ ਹੈਗੀ ਆ। ਤਾਂ 10 ਸਤੰਬਰ ਤੋਂ ਮੈਂ ਇੱਥੇ ਸੇਵਾ ਕਰਦੀ ਹੈਗੀ ਆ। ਮੈਂ ਇਹ ਸੋਚਦੀ ਆ ਮੈਂ ਨਹੀਂ, ਇਹ ਮਹਾਰਾਜ ਮੈਨੂੰ ਕਰਾਉਂਦੇ ਹੈ, ਮੇਰੇ ਤੋਂ ਸੇਵਾ ਕਰਾਉਂਦੇ ਹੈਗੇ ਆ। ਕਈ ਵਾਰ ਦਿਲ ਹੁੰਦਾ ਨਾ ਆਵਾਂ, ਲੇਕਿਨ ਉਸੇ ਵੇਲੇ ਉੱਠਦੀ ਹੈ, ਨਹੀਂ ਉੱਠ ਜਾ ਤੂੰ ਇੱਥੋਂ, ਉੱਥੇ ਜਾ ਕੇ ਸੇਵਾ ਕਰ। ਆਪ ਮਹਾਰਾਜ ਜੀ ਮੈਨੂੰ ਸ਼ਕਤੀ ਦਿੰਦੇ ਹੈਗੇ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜਿਹੜੀ ਹੈ ਬਕਾਇਦਾ ਤੌਰ ਤੇ ਕਹੀ ਜਾ ਰਹੀ ਹੈ। ਸੇਵਾ ਕਰਨ ਦੀ ਭਾਵਨਾ ਜਿਹੜੀ ਹੈ ਉਹ ਕਹੀ ਜਾ ਰਹੀ ਹੈ ਤੇ ਇੱਥੇ ਹੋਰ ਵੀ ਸਾਡੀਆਂ ਮਾਵਾਂ ਹਨ, ਬੀਬੀਆਂ ਹਨ, ਉਹ ਕੀ ਕੁਝ ਸੁਨੇਹਾ ਤੁਹਾਨੂੰ ਦੇਣਾ ਚਾਹੁੰਦੀ ਹੈ। ਅਦਰਕ ਜਿਹੜੀ ਹੈ ਉਹਨੂੰ ਬਕਾਇਦਾ ਤੌਰ ਤੇ ਇੱਥੇ ਕੱਟਣ ਦੀ ਜਿਹੜੀ ਸੇਵਾ ਚੱਲ ਰਹੀ ਹੈ, ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਖੁਸ਼ ਹੋ, ਠੀਕ ਹੋ? ਹਾਂਜੀ ਬਿਲਕੁਲ ਠੀਕ ਹੈ।
ਚੜ੍ਹਦੀ ਕਲਾ। ਚੜ੍ਹਦੀ ਕਲਾ। ਹਾਂਜੀ, ਮੈਂ ਇੱਥੇ ਜੀ 53 ਚ ਆਈ ਸੀ। ਪਹਿਲੀ ਮਹਾਰਾਜ ਦੀ ਬੀੜ ਚੁੱਕ ਕੇ ਲਿਆਈ ਸਿਰ ਤੇ। 1953 ਚੋਂ ਆਏ ਸੀ। ਹਾਂਜੀ ਉਹ ਕੀ ਬਾਤ ਹੈ, ਮਤਲਬ ਭਾਰਤ ਦੀ ਆਜ਼ਾਦੀ ਤੋਂ ਤੁਸੀਂ ਲਗਭਗ 6 ਸਾਲ ਬਾਅਦ ਤੁਸੀਂ ਇੱਥੇ ਸੀ। ਹਾਂਜੀ, ਫਿਰ ਆ ਗੁਰਦੁਆਰਾ ਨਹੀਂ ਸੀ ਉਦੋਂ ਬਣਿਆ। ਮੈਂ ਉਹ ਬੀੜ ਮਹਾਰਾਜ ਦੀ ਵੀ ਸਾਡੇ ਘਰ ਸੀ। ਗੰਡਾ ਸਿੰਘ ਹੀਰ ਉਹਨਾਂ ਦਾ ਪੋਤਾ ਸੇਵਾ ਸਿੰਘ ਹੀਰ, ਦੋਨੋਂ ਹੀ ਗੁਰਦੁਆਰੇ ਟਰਸਟੀ, ਔਰ ਮੈਂ ਗੁਰਦੁਆਰੇ ਦੀ 16 ਸਾਲ ਡਾਇਰੈਕਟਰ ਰਹੀ ਹਾਂ ਇੱਥੇ। ਬਸ ਮਹਾਰਾਜ ਨੇ ਤੰਦਰੁਸਤੀ ਦਿੱਤੀ ਆ, ਸੇਵਾ ਮਹਾਰਾਜ ਇੱਦਾਂ ਹੀ ਕਰਾਈ ਜਾਵੇ ਬਸ। ਅਸੀਂ ਹਾਂਜੀ 42 ਸਾਲ ਹੋ ਗਏ ਨਗਰ ਕੀਰਤਨ ਨੂੰ ਇੱਥੇ, ਹਰ ਸਾਲ ਮਹਾਰਾਜ ਸ਼ਕਤੀ ਦਿੰਦਾ ਆਉਣ ਲਈ। ਹਾਂਜੀ, ਸੋ ਸੇਵਾ ਕਰਨ ਦਾ ਮੌਕਾ ਜਿਹੜਾ ਇੱਥੇ ਮਿਲਦਾ ਹੈ, ਤੁਸੀਂ ਕੀ ਕੁਝ ਸੁਨੇਹਾ ਦੇਣਾ ਚਾਹੋਗੇ ਜਿਹੜੇ ਇਸ ਟਾਈਮ ਦਰਸ਼ਕ ਤੁਹਾਨੂੰ ਵੇਖ ਰਹੇ ਨੇ? ਬੋਲੋ ਜੀ, ਤੁਸੀਂ ਜੀ ਨੇ ਦੱਸ। ਉਹ ਕਹਿੰਦੇ ਜੀ ਅਸੀਂ ਸੇਵਾ ਕਰ ਰਹੇ ਹਾਂ ਤੇ ਨਾਲ ਹੀ ਤੁਸੀਂ ਵੇਖ ਸਕਦੇ ਹੋ ਕਿ ਹੋਰ ਵੀ ਇੱਥੇ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਤੁਹਾਡਾ? ਕਸ਼ਮੀਰ ਕੌਰ ਆ। ਕਸ਼ਮੀਰ ਕੌਰ ਜੀ, ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ, ਕਿਵੇਂ ਲੱਗਦਾ ਇੱਥੇ ਸੇਵਾ ਕਰਕੇ? ਬਹੁਤ ਚੰਗਾ ਲੱਗਦਾ ਆ, ਪਰ ਇੱਥੇ ਨਹੀਂ ਕੁਝ ਹੋਇਆ ਤਾਂ ਸਾਡੇ ਮਨ ਬੜਾ ਉਦਾਸ ਸੀ। ਹੁਣ ਅਸੀਂ ਬਹੁਤ ਖੁਸ਼ ਹਾਂ ਸਾਡੀ ਨਗਰੀ ਦੇ ਵਿੱਚ ਨਗਰ ਕੀਰਤਨ। ਬਸ ਤੇ ਇੱਥੇ ਆ ਕੇ ਤੁਸੀਂ ਜਿਵੇਂ ਸੇਵਾ ਵੀ ਕਰਦੇ ਹੋ, ਹੋਰ ਤੁਹਾਨੂੰ ਤੁਹਾਡੇ ਫਰੈਂਡਸ ਵੀ ਮਿਲ ਜਾਂਦੇ ਆ ਤੇ ਤੁਹਾਡੇ ਨਾਲ ਦੇ ਮਿਲ ਜਾਂਦੇ, ਕੀ ਗੱਲਾਂ ਕਰਦੇ ਹੋ ਉਹਨਾਂ ਦੇ ਨਾਲ? ਕਿਵੇਂ ਤੁਸੀਂ ਸੇਵਾ ਕਰਦੇ ਕਰਦੇ ਹੋਰ ਕੀ ਗੱਲਾਂ ਉਹਨਾਂ ਦੇ ਨਾਲ ਕਰਦੇ ਹੋ? ਗੁਰੂ ਦੀਆਂ ਗੱਲਾਂ ਕਰਦੇ ਹੋਰ ਮਹਾਰਾਜ ਦੀਆਂ, ਬਸ ਇੰਨੀ ਕੀ ਗੱਲ ਮੈਂ ਕਰਨੀ ਸੀ। ਬਸ ਠੀਕ ਹੈ। ਗੁਰੂ ਦੀ ਕੀ ਗੱਲਾਂ ਹੁੰਦੀਆਂ, ਗੁਰੂ ਬਾਰੇ ਕੀ ਦੱਸਦੇ ਹੋ ਆਪਸ ਦੇ ਵਿੱਚ, ਕੀ ਤੁਸੀਂ ਬੈਠ ਕੇ ਗੱਲ ਕਰਦੇ ਹੋ? ਕੌਣ ਸੀਗੇ ਸਾਡੇ ਗੁਰੂ, ਕੀ ਉਹਨਾਂ ਦਾ ਇਤਿਹਾਸ ਸੀਗਾ? ਬਸ ਤੁਸੀਂ ਮੈਨੂੰ ਬਸ ਬਹੁਤਾ ਨਾ ਕਰੋ, ਹੋਰ ਕਰਾ ਲਓ, ਹੋਰ ਕਿਸ ਤੇ ਕਰਾ ਲਓ। ਅੱਛਾ, ਤੇ ਮੈਂ ਇਹਨਾਂ ਤੋਂ ਜਾਣਕਾਰੀ ਲੈ ਲੈਣਾ ਕਿ ਜਿਹੜੇ ਇੱਥੇ ਸਾਡੇ ਮਾਵਾਂ ਪਹੁੰਚਦੀਆਂ ਹਨ, ਔਰ ਕਿਉਂਕਿ ਇਸ ਕੰਟਰੀ ਦੇ ਵਿੱਚ ਇੱਕ ਸਾਨੂੰ ਇਹ ਬਹੁਤ ਹੀ ਵਧੀਆ ਮੈਂ ਕਹਾਂਗਾ ਸਾਧਨ ਹੈਗਾ ਸਾਡੇ ਕੋਲ ਕਿ ਇੱਥੇ ਜਿਹੜੇ ਗੁਰੂ ਘਰ ਬਣਾਏ ਹੋਏ ਨੇ, ਸਾਡੀਆਂ ਮਾਵਾਂ ਉੱਥੇ ਜਾ ਸਕਦੀਆਂ ਹਨ, ਗੱਲਾਂ ਕਰ ਸਕਦੀਆਂ ਹਨ, ਔਰ ਜਾ ਕੇ ਆਪਣੇ ਜਿਹੜੇ ਦੁੱਖ ਜਾਂ ਤਕਲੀਫ ਕੋਈ ਵੀ ਹੈ ਉਹ ਇੱਥੇ ਸੰਗਤ ਦੇ ਵਿੱਚ ਆ ਕੇ ਆਪਣੇ ਫਰੈਂਡਸ ਬਣਾ ਕੇ ਪੰਗਤ ਦੇ ਵਿੱਚ ਬਹਿ ਕੇ ਬਕਾਇਦਾ ਤੌਰ ਤੇ ਗੱਲਾਂ ਕਰ ਸਕਦੀਆਂ ਹਨ। ਸਤਿ ਸ਼੍ਰੀ ਅਕਾਲ ਜੀ, ਕਿੰਨੇ ਸਾਲ ਤੋਂ ਤੁਸੀਂ ਇੱਥੇ ਆ ਰਹੇ ਹੋ, ਕੀ ਕਹਿਣਾ ਚਾਹੋਗੇ? 30 ਸਾਲ ਹੋ ਗਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਤਾਂ ਦੇਖੋ ਜੀ ਇਹੋ ਕਹਿੰਦੇ ਪਏ, ਸਾਡੇ ਇੱਥੇ ਦੇ ਜੂਬਾ ਸਿਟੀ ਦੇ ਭਾਗ ਬਹੁਤ ਚੰਗੇ ਹੈ। ਮਹਾਰਾਜ ਨੇ ਸਾਡੇ ਗੁਰੂ ਜੀ ਨੇ ਇਹੋ ਕਿਹਾ ਵੀ ਜਿੱਥੇ ਮੇਰਾ ਖਾਲਸਾ ਉੱਥੇ ਮੈਂ ਹਾਜ਼ਰ ਹਾਂ। ਸਾਨੂੰ ਇਹ ਹੈ ਵੀ ਜੀ ਜਿੱਥੇ ਸਾਡੇ ਖਾਲਸਾ ਹੈ ਉੱਥੇ ਸਾਡੇ ਗੁਰੂ ਇੱਥੇ ਹੀ ਹੈ, ਹਾਜ਼ਰ ਹੋਇਆ। ਸੰਗਤ ਨੂੰ ਇਹ ਹੱਥ ਜੋੜ ਕੇ ਬੇਨਤੀ ਕਰੀਦੀ ਹੈ ਵੀ ਆਓ ਜੀ, ਸੇਵਾ ਕਰੋ ਜੀ, ਜੀ ਆਇਆਂ ਨੂੰ। ਬਸ ਅਸੀਂ ਤਾਂ ਇੰਨੀ ਗੱਲ ਹੈ ਜੀ, ਆਪਣੀ ਜਿੰਨੀ ਵੀ ਬੀਬੀਆਂ ਤੇ ਸੇਵਾ ਹੁੰਦੀ ਹੈ ਆ ਕੇ ਉਹ ਸਾਰਾ ਦਿਨ ਕਰੀਦੀ ਜੀ। ਰਾਤ ਨੂੰ 9 ਵਜੇ ਤੱਕ ਜਾਈਦਾ, ਸਵੇਰ ਨੂੰ ਜਦੋਂ ਵੀ ਉੱਠ ਕੇ ਆਪਣਾ ਇਸ਼ਨਾਨ ਕਰਕੇ ਇੱਥੇ ਪਹੁੰਚ ਜਾਈਦਾ। ਕੀ ਲੰਗਰ ਦੇ ਵਿੱਚ ਮਿਲੇਗਾ ਹੁਣ 7 ਦਿਨ ਸਾਰਿਆਂ ਨੂੰ, ਕੀ ਛਕਾਓਗੇ? ਦੇਖੋ ਜੀ ਵਾਰੀ ਵਾਰੀ ਹਰੇਕ ਚੀਜ਼ ਮਿਲੂਗੀ, ਲਾਫਰਾਈਆਂ ਵੀ, 버ਗਰ ਵੀ, ਟਿੱਕੀਆਂ ਵੀ। ਲੰਗਰ ਦੇ ਵਿੱਚ 2-2 4-4 ਦਾਲ ਸਬਜ਼ੀਆਂ, ਪ੍ਰਸ਼ਾਦੇ ਵੀ ਹਰੇਕ ਤਰ੍ਹਾਂ ਦੇ। ਸਵੇਰ ਨੂੰ 6 ਵਜੇ ਪਰੌਠੇ ਬਣ ਜਾਂਦੇ ਹੈ ਤੇ ਉਹਦੇ ਬਾਅਦ ਫਿਰ ਪ੍ਰਸ਼ਾਦੇ ਬਣ ਲੱਗ ਪੈਂਦੇ ਹੈ। ਇਹ ਨਹੀਂ ਵੀ ਇੱਕੋ ਚੀਜ਼, ਸਾਰਾ ਦਿਨ ਬਦਲਵੀਆਂ ਚੀਜ਼ਾਂ ਮਿਲੂਗੀਆਂ। ਕੀ ਬਾਤ ਹੈ ਜੀ। ਤੁਹਾਨੂੰ ਅਮਰੀਕਨ ਤੋਂ ਲੈ ਕੇ ਇੰਡੀਅਨ ਆਪਣੇ ਪਰੌਂਠਿਆਂ ਤੋਂ ਲੈ ਕੇ 버ਗਰ ਤੇ ਫਰਾਈਆਂ ਤੱਕ ਵੀ ਬਕਾਇਦਾ ਤੌਰ ਤੇ ਇੱਥੇ ਮਿਲਣਗੀਆਂ। ਦੁਪਹਿਰ ਵਾਕਈ ਬਹੁਤ ਖਿੜੀ ਹੈ, ਔਰ ਇਸ ਖਿੜੀ ਦੁਪਹਿਰ ਦੇ ਵਿੱਚ ਹੁਣ ਮੇਰੇ ਮੂੰਹ 'ਚ ਪਾਣੀ ਆ ਰਿਹਾ। ਮੈਂ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ, ਔਰ ਬ੍ਰੇਕ ਤੋਂ ਬਾਅਦ ਜਦ ਮੈਂ ਵਾਪਸ ਆਵਾਂਗਾ ਮੈਂ ਲੰਗਰ ਵੀ ਛਕ ਕੇ ਆਵਾਂਗਾ ਔਰ ਤੁਹਾਨੂੰ ਦੱਸਦੇ ਰਹਾਂਗਾ ਕਿ ਲੰਗਰ ਦੇ ਵਿੱਚ ਅੱਜ ਕੀ ਬਣਿਆ। ਜੇਕਰ ਤੁਸੀਂ ਅਜੇ ਤੱਕ ਪਲਾਨ ਨਹੀਂ ਬਣਾਇਆ ਤਾਂ ਆਪਣਾ ਪਲਾਨ ਬਣਾ ਲਓ। ਬ੍ਰੇਕ ਤੋਂ ਬਾਅਦ ਲਗਾਤਾਰ ਸਾਡਾ ਇਹ ਪ੍ਰੋਗਰਾਮ ਖਿੜੀ ਦੁਪਹਿਰ ਬਦਸਤੂਰ ਜਾਰੀ ਰਹੇਗਾ। ਦੁਪਹਿਰ ਜਿਹੜੀ ਹੈ ਬਹੁਤ ਖਿੜੀ ਹੈ, ਔਰ ਇਸ ਖਿੜੀ ਦੁਪਹਿਰ ਦੇ ਵਿੱਚ ਖਿੜਦੇ ਹੋਏ ਚਿਹਰੇ ਜਿਹੜੇ ਨੇ ਤੁਹਾਨੂੰ ਨਜ਼ਰ ਆ ਰਹੇ ਨੇ। ਉਹਨਾਂ ਵਿੱਚੋਂ ਇੱਕ ਚਿਹਰਾ ਇੱਥੇ ਜੈਸੀ ਹੋਰਾਂ ਦਾ, ਹੀ ਇਜ਼ ਅ ਚੀਫ ਫਾਇਰ ਮਾਰਸ਼ਲ ਐਂਡ ਹੀ ਇਜ਼ ਹੇਅਰ to check all the arrangements with Sarabjit Singh Tihada, the Mukh Sevadar, the president of the Yuba City Sikh Temple, and he's making sure that whenever you're coming here, he has all the necessary precautions taken care of, and whenever the Sikh Temple will ready for the fireworks, he'll make sure that all the fireworks will happen here and with us all the security measures.
and he'll also make sure that you're coming here. He's also welcoming you. Let's talk to Jesse how excited he is for this Nagar Kirtan. No, absolutely. Thank you. And thank you for the community and all the work and time and effort you put into this historic event every year. We look forward to it. And so, again, like you said, that we've made many precautions. Everyone's going to be safe, have a good time, enjoy the fireworks Friday night, about 8:30, 9 o'clock. We're going to have members of our department, members of our community, members here. It's going to be a great time. Please come out and join everybody. Enjoy some food and enjoy the festivities. Jesse, have you ever tried the food inside? I have. Sarb has brought me here many times. We've ate, and it's really good. Really good food. It's amazing. What do you like the most? I like the Samosas? Samosas, yes. Awesome. Yeah, that's my favorite. Now I can just craving for samosa right now by listening from you. So what do you have to say for Sarabjit Singh Tihada? Sarb's been great to work with over the years. Again, he put a lot of time, dedication into this event this year. Made it COVID safe. He's really thought about relocating a lot of the tent areas to give the compound more room for the people to walk to and be safe and enjoy the event. In the case that there's an emergency, we have a lot of room to respond to in and around the compound. And thank you so much, Sarb. I appreciate that. ਸੋ ਬਿਲਕੁਲ ਜਿਵੇਂ ਇੱਥੇ ਦੱਸਿਆ ਸਰਬਜੀਤ ਹੋਰਾਂ ਤੋਂ ਵੀ ਜਾਣ ਲੈਂਦੇ ਕਿ ਤੁਹਾਡੇ ਨਾਲ ਬਕਾਇਦਾ ਫਾਇਰ ਮਾਰਸ਼ਲ ਜੈਸੀ ਮੁਹੱਈਆ ਲੈ ਰਹੇ ਨੇ ਪੂਰਾ ਔਰ ਵੇਖ ਰਹੇ ਨੇ ਕਿ ਸਾਰੀ ਸੇਫਟੀ ਮੇਜਰ ਜਿਹੜੇ ਤੁਸੀਂ ਲਿੱਤੇ ਹੋਏ ਨੇ ਜਿਹੜਾ ਜੈਸੀ ਆ ਇਹ ਸਾਡੀ ਕਮਿਊਨਿਟੀ ਦੇ ਨਾਲ ਅੱਜ ਤੋਂ 20 ਸਾਲ ਤੋਂ ਪਹਿਲਾਂ ਨਾਲ ਇਹ ਫਾਇਰ ਵਾਲਾ ਪਹਿਲਾਂ ਫਾਇਰ ਇੰਜਨ ਦੇ ਉੱਤੇ ਆਪਰੇਟ ਕਰਦਾ ਅੱਜ ਇਹ ਫਾਇਰ ਚੀਫ ਆ ਇਹ ਸਾਡੀ ਕਮਿਊਨਿਟੀ ਦੇ ਨਾਲ ਉੱਤਾ ਜੁੜਿਆ ਆ ਹਰੇਕ ਇਵੈਂਟ ਦੇ ਵਿੱਚ ਇਹ ਆਪਣੇ ਨਾਲ ਰਿਹਾ ਜਿੰਨੇ ਚਿਰ ਤੋਂ ਅਸੀਂ ਇਹ ਫਾਇਰ ਵਰਕ ਸ਼ੁਰੂ ਕੀਤਾ ਬਾਕੀ ਕੋਈ ਵੀ ਜਿਹੜੇ ਆਪਣੇ ਗੈਸ ਦੇ ਚੁੱਲ੍ਹੇ ਜਾਂ ਗੈਸ ਦੀ ਕੋਈ ਚੀਜ਼ ਚੱਲ ਰਹੀ ਟੈਂਟਾਂ ਦੇ ਵਿੱਚ ਇਹ ਪੂਰੀ ਮਾਨੀਟਰ ਕਰ ਰਹੇ ਆ ਉਹਨੂੰ ਵੀ ਕੋਈ ਸੇਫ ਹੋਵੇ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਹਰਟ ਨਾ ਹੋਵੇ ਆਪਣੀ ਕਿਚਨ ਦੇ ਵਿੱਚ ਵੀ ਸਾਰਾ ਕੁਝ ਚੈੱਕ ਕਰਕੇ ਆਏ ਆ ਵੀ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਕਿਸੇ ਦਾ ਹੋ ਸਕੇ ਸੋ ਆਈ ਰੀਅਲੀ ਥੈਂਕ Jesse and Yuba City Fire Department and the Sutter County for what they do for us and it could not happen. This event could not happen without these guys. And all the effort of these guys put in behind the scenes, it takes months and months preparation to make this event happen, especially after the COVID-19 that we've all gone through, and we have to take extra precautionaries because the world that we live in is not the same world no more, because COVID has changed, and the hatred and all that stuff that's happened. These guys are all aware of that we want to make sure everything is safe. ਬਿਲਕੁਲ ਸੋ ਇਹ ਸੇਫਟੀ ਨੂੰ ਵੀ ਮੱਦੇਨਜ਼ਰ ਰੱਖਦੇ ਹੋਏ ਕੋਵਿਡ ਨੂੰ ਵੀ ਮੱਦੇਨਜ਼ਰ ਰੱਖਦੇ ਹੋਏ ਪ੍ਰੀਕਾਸ਼ਨ ਜਿਹੜੇ ਨੇ ਬਕਾਇਦਾ ਲਿੱਤੇ ਜਾ ਰਹੇ ਨੇ ਕਮਾਲ ਦੀ ਗੱਲ ਇਸ ਖਿੜੀ ਦੁਪਹਿਰ ਦੇ ਵਿੱਚ ਇਹ ਹੈਗੀ ਹੈ ਜੀ ਕਿ ਜਿਹੜੇ ਸਾਡੇ ਪੰਜਾਬ ਦੇ ਵਿੱਚ ਸਾਨੂੰ ਵੇਖਣ ਦਾ ਮਾਹੌਲ ਮਿਲਦਾ ਸੀਗਾ ਆਮ ਟੈਲਿੰਗ them about our homeland of Punjab, how we used to go to Sikh temples and we were so happy. So I can see the same faces here. ਇਹਨਾਂ ਦੇ ਵੀ ਜਿਹੜੀ ਤੁਸੀਂ ਦੇਖ ਸਕਦੇ ਹੋ ਚਿਹਰਿਆਂ ਦੇ ਵਿੱਚ ਕਿਵੇਂ ਮੁਸਕਰਾਹਟ ਹੈ ਖਿੜੇ ਹੋਏ ਨੇ ਚਿਹਰੇ ਔਰ ਇਹ ਵੀ ਪੰਜਾਬ ਦੇ ਸੱਥਾਂ ਦੇ ਵਿੱਚ ਅਸੀਂ ਇੱਕ ਦਰਖਤ ਦੇ ਥੱਲੇ ਬੈਠਦੇ ਸੀਗੇ ਉਵੇਂ ਹੀ ਦਰਖਤ ਦੇ ਥੱਲੇ ਤੁਸੀਂ ਬਕਾਇਦਾ ਤੌਰ 'ਤੇ ਇਹਨਾਂ ਨੂੰ ਤੁਸੀਂ ਵੇਖੋਗੇ ਜਿਹੜੀ ਅਸੀਂ ਪੰਜਾਬ ਦੀ ਸੱਥ ਕਹਿੰਦੇ ਆ ਨਾ ਉਹ ਸੱਥ ਵੀ ਯੂਬਾ ਸਿਟੀ ਦੇ ਗੁਰਦੁਆਰੇ ਦੇ ਵਿੱਚ ਮੌਜੂਦ ਹੈ ਇਹ ਕਮਾਲ ਦੀ ਗੱਲ ਹੈ ਇਹ ਤੁਹਾਨੂੰ ਮਾਹੌਲ ਜਿਹੜਾ ਹੈ ਇਹ ਸਿਰਫ ਯੂਬਾ ਸਿਟੀ ਦੇ ਵਿੱਚ ਹੀ ਵੇਖਣ ਨੂੰ ਮਿਲੇਗਾ ਜਿੱਥੇ ਤੁਹਾਨੂੰ ਹਰ ਉਹ ਹੈਰੀਟੇਜ ਬਾਰੇ ਸੱਭਿਆਚਾਰ ਬਾਰੇ ਜਾਣਕਾਰੀ ਵੀ ਮਿਲਦੀ ਹੈ ਔਰ ਤੁਹਾਨੂੰ ਯਾਦਾਂ ਵੀ ਤੁਹਾਡੀ ਪੁਰਾਣੀ ਹੋ ਜਾਂਦੀ ਹੈ ਕਿਉਂਕਿ ਅੱਜ ਕੀ ਹੈਗਾ ਉਹ ਮੈਂ ਇਹਨਾਂ ਤੋਂ ਜਾਣਦਾ ਚੱਲ ਕੀ ਰਿਹਾ ਉਹ ਇਹਨਾਂ ਤੋਂ ਜਾਣਦਾ ਹੋ ਕੀ ਰਿਹਾ ਇਹਨਾਂ ਤੋਂ ਜਾਣਦਾ ਕੀ ਹੋ ਰਿਹਾ ਜੀ ਕੀ ਹੈ ਅੱਜ ਗੁਰਪੁਰਬ ਦਾ ਨਗਰ ਕੀਰਤਨ ਹੈ ਠੀਕ ਹੈ ਜੀ ਤੇ ਕਿਹੜੀ ਦੁਪਹਿਰ ਹੈ ਜੀ ਅੱਜ ਖੜੀ ਦੁਪਹਿਰ ਜੀ ਕੀ ਹੈਗਾ ਜੀ ਅੱਜ ਖੜੀ ਦੁਪਹਿਰ ਕੀ ਹੈ ਜੀ ਖੜੀ ਦੁਪਹਿਰ ਜੀ ਕੀ ਹੈ ਜੀ ਖੜੀ ਦੁਪਹਿਰ ਖੜੀ ਦੁਪਹਿਰ ਖੜੀ ਦੁਪਹਿਰ ਲਓ ਜੀ ਖਿੜੀ ਦੁਪਹਿਰ ਹੈਗੀ ਆ ਔਰ ਇਸ ਖਿੜੀ ਦੁਪਹਿਰ ਦੇ ਵਿੱਚ ਸਾਡੇ ਬਜ਼ੁਰਗ ਵੀ ਖੁਸ਼ ਨੇ ਐਂਡ ਆਰ ਫਾਇਰ ਮਾਰਸ਼ਲ ਜੈਸੀ ਇਜ਼ ਆਲਸੋ ਹੈਪੀ ਐਂਡ ਸਾਡੇ ਨਾਲ ਆਪਣੇ ਟ੍ਰੈਜਰ ਗੁਰੂ ਘਰ ਦੇ ਇਹ ਅਣਥੱਕ ਸੇਵਾ ਬਾਜ਼ਾਰ ਦੇ ਵਿੱਚ ਸਾਰਾ ਕੰਟਰੋਲ ਇਹਨਾਂ ਦੇ ਕੋਲ ਆ ਕਿਸੇ ਨੂੰ ਵੀ ਦੁਕਾਨ ਜਾਂ ਬਾਜ਼ਾਰ ਦੇ ਵਿੱਚ ਕੋ ਲਾਉਣ ਦੀ ਇਵੈਂਟ ਹਾਲੇ ਵੀ ਥੋੜ੍ਹੀਆਂ ਦੁਕਾਨਾਂ ਇਹਨਾਂ ਕੋਲ ਬਚਦੀਆਂ ਹੈਗੀਆਂ ਗੁਰਚਰਨ ਸਿੰਘ ਰੰਧਾਵਾ ਨੂੰ ਫੋਨ ਕਰਕੇ ਤੁਸੀਂ ਆਪਣਾ ਰਿਜ਼ਰਵੇਸ਼ਨ ਕਰਵਾ ਸਕਦੇ ਆ ਮੈਨੂੰ 40 ਤੋਂ 50 ਦੁਕਾਨਾਂ ਇਹਨਾਂ ਕੋਲ ਬਚਦੀਆਂ ਆ ਜਦ 300 ਲੱਗਦੀ 250 ਆਲਰੇਡੀ ਕਵਰ ਹੋ ਗਈ ਆ ਸੋ ਬਾਕੀ ਜਿਹੜਾ ਹੈਗਾ ਉਹ ਤੁਹਾਨੂੰ ਦੱਸੂਗੇ ਥੋੜਾ ਕਿਹੜੀ ਦੁਕਾਨਾਂ ਇੱਥੇ ਆ ਕੇ ਲਾ ਸਕਦੇ ਆ ਸਾਰੇ ਇੱਥੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਜਿਹੜੇ ਬੂਥ ਲਾ ਸਕਦੇ ਹੈਗੇ ਆ ਜੀ ਇੱਥੇ ਸਾਡੇ ਕੋਲ ਰੈਡੀਮੇਡ ਗਾਰਮੈਂਟਸ ਦੇ ਜੂਲਰੀ ਦੇ ਐਂਡ ਬਲੈਂਕਟਸ ਵਗੈਰਾ ਦੇ
ਔਰ ਕੁਛ ਜਿੱਦਾਂ ਟੀ-ਸ਼ਰਟਸ ਵਗੈਰਾ ਬਣਾਉਂਦੇ ਆ। ਸੋ ਡਿਫਰੈਂਟ ਟਾਈਪ ਆਫ ਵੈਂਡਰਸ ਇੱਥੇ ਆਉਂਦੇ ਹੈਗੇ ਆ ਜੀ, ਔਰ ਡਿਫਰੈਂਟ ਸਟੇਟਸ ਤੋਂ ਸਾਡੇ ਕੋਲ ਜਾਰਜੀਆ ਤੋਂ ਵੈਂਡਰ ਆ ਰਹੇ ਹੈਗੇ ਜੀ। ਕੋਈ ਵੈਂਡਰ ਤੁਹਾਡੇ ਨਾਲ ਜੁੜਨਾ ਚਾਹੁੰਦਾ, ਉਹਨੂੰ ਕੀ ਕਹਿਣਾ ਚਾਹੋਗੇ, ਕੀ ਨੰਬਰ ਦੇਣਾ ਚਾਹੋਗੇ? ਨੰਬਰ ਉਹਨਾਂ ਨੂੰ 5307017149 ਵਿਦ ਗੁਰਚਰਨ ਰੰਧਾਵਾ। ਹਾਂਜੀ, ਜੇਕਰ ਤੁਸੀਂ ਆਪਣਾ ਬਿਜ਼ਨਸ ਵੀ ਪ੍ਰਮੋਟ ਕਰਨਾ ਚਾਹੁੰਦੇ ਹੋ, ਇਸ ਨੰਬਰ ਦੇ ਉੱਤੇ ਗੁਰਚਰਨ ਸਿੰਘ ਰੰਧਾਵਾ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ ਔਰ ਆ ਕੇ ਆਪਣਾ ਬਿਜ਼ਨਸ ਵੀ ਸਪੋਰਟ ਕਰ ਸਕਦੇ ਹੋ, ਕਿਉਂਕਿ ਅੱਜ ਇੱਥੇ ਚੱਲ ਰਹੀ ਹੈ ਜੀ, ਕੀ ਚੱਲ ਰਹੀ ਹੈ? ਖਿੜੀ ਦੁਪਹਿਰ। ਸੋ ਲਗਾਤਾਰ ਇਹ ਪ੍ਰੋਗਰਾਮ ਜਾਰੀ ਰਹੇਗਾ। ਕੱਲ ਤੁਹਾਨੂੰ ਮਿਲਾਂਗੇ ਠੀਕ 12 ਵਜੇ ਔਰ ਲੈ ਕੇ ਆਵਾਂਗੇ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ, ਜਿੱਥੇ ਦੁਪਹਿਰ ਹੋਏਗੀ ਖਿੜੀ ਔਰ ਚਿਹਰੇ ਹੋਣਗੇ ਖਿੜੀ, ਕਿਉਂਕਿ 7 ਤਰੀਕ ਨੂੰ ਜਿਹੜਾ ਯੁਵਾ ਸਿਟੀ ਨਗਰ ਕੀਰਤਨ ਹੈ ਉਹ ਸਾਨੂੰ ਦੱਸੇਗਾ ਕਿਵੇਂ ਅਸੀਂ ਇਸ ਨਗਰ ਕੀਰਤਨ ਦੇ ਵਿੱਚ ਹੁਮਾ ਕੇ ਪਹੁੰਚਣਾ ਹੈ ਔਰ ਗੁਰੂ ਘਰ ਦੀਆਂ ਖੁਸ਼ੀਆਂ ਹਾਸਿਲ ਕਰਨੀ ਹੈ ਔਰ ਗੁਰੂ ਗ੍ਰੰਥ ਮਾਨਿਓ ਦੇ ਸਿਧਾਂਤ ਦੇ ਉੱਤੇ ਅਸੀਂ ਚੱਲਣਾ ਹੈ। ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ, ਸਾਡੇ ਨਾਲ ਸੁੱਖਾ ਸੰਗਾ, ਦਿਲਬਾਗ ਬੰਗੜ ਹੋਰਾਂ ਦੇ ਨਾਲ ਜਸ ਪੰਜਾਬੀ ਦੇ ਲਈ ਖਿੜੀ ਦੁਪਹਿਰ।